हाँ जी, गुड इवनिंग टू एवरीवन। एम आई ऑडिबल? प्लीज कंफर्म। ओके, ठीक है जी। तो ਆਪਾਂ ਸਟਾਰਟ ਕਰਦੇ ਹਾਂ। ਅਸੀਂ ਕੱਲ ਜਿਹੜਾ ਟੌਪਿਕ ਕਰ ਰਹੇ ਸੀ ਉਹ ਸੀ ਮਾਡਰਨ ਹਿਸਟਰੀ। ਠੀਕ ਹੈ, ਮਾਡਰਨ ਹਿਸਟਰੀ ਦੇ ਵਿੱਚ ਅਸੀਂ ਵੇਰੀਅਸ ਜਿਹੜੀਆਂ ਵੀ ਸਾਡੀਆਂ ਮੂਵਮੈਂਟ ਸੀ, ਸਿੰਘ ਸਭਾ ਮੂਵਮੈਂਟ ਹੈ, ਸਿੱਖ ਗੁਰਦੁਆਰਾ ਰਿਫਾਰਮ ਮੂਵਮੈਂਟ ਹੈ, ਜੈਤੋ ਮੋਰਚਾ ਹੈ, ਨਨਕਾਣਾ ਸਾਹਿਬ ਮੋਰਚਾ ਹੈ, ਇਹ ਸਾਰੇ ਜਿਹੜੇ ਮੋਰਚੇ ਹੈ ਅਸੀਂ ਕਵਰ ਕੀਤੇ ਸੀ। ਠੀਕ, ਉਸ ਤੋਂ ਬਾਅਦ ਕੂਕਾ ਮੂਵਮੈਂਟ ਹੈ, ਨਿਰੰਕਾਰੀ ਹੈ। ਠੀਕ, ਅਸੀਂ ਇਹ ਵੀ ਸਾਰੀਆਂ ਜਿਹੜੀਆਂ ਮੂਵਮੈਂਟਸ ਹੈ ਕਵਰ ਕਰ ਲਈਆਂ। ਕੱਲ ਇੱਕ ਚੀਜ਼ ਰਹਿ ਗਈ ਸੀ, ਜਲਿਆਂਵਾਲਾ ਬਾਗ ਇੰਸੀਡੈਂਟ। ਠੀਕ ਹੈ, ਉਹਦੇ ਉੱਤੇ ਚਰਚਾ ਕਰਦੇ ਹਾਂ। ਐਂਡ ਦੈਨ ਆਫਟਰ ਇਸ ਤੋਂ ਬਾਅਦ ਅਸੀਂ ਜਿਹੜਾ ਸਟਾਰਟ ਕਰਾਂਗੇ ਉਹ ਹੈ ਪੋਸਟ ਇੰਡੀਪੈਂਡੈਂਟ, ਜਿਹੜਾ ਪੋਸਟ ਇੰਡੀਪੈਂਡੈਂਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਇੱਕ ਇਨਸੀਡੈਂਟਸ ਹੋਏ ਨੇ ਜਿਹੜੇ ਇੰਪੋਰਟੈਂਟ ਨੇ ਹਿਸਟਰੀ ਪੁਆਇੰਟ ਆਫ ਵਿਊ ਤੋਂ, ਉਹਦੇ ਉੱਤੇ ਚਰਚਾ ਕਰਾਂਗੇ। ਠੀਕ, ਤਾਂ ਹੁਣ ਜਿਹੜਾ ਅਸੀਂ ਹੈ ਸਟਾਰਟ ਕਰਨਾ, ਦੈਟ ਇਜ਼ ਫਰੋਮ ਜਲਿਆਂਵਾਲਾ ਬਾਗ ਮਾਸੇਕਰ। ਜਲਿਆਂਵਾਲਾ ਬਾਗ ਮਾਸੇਕਰ। जलियांवाला बाग मासेकर। ठीक है जी, चलो इस बारे लिखते हैं जी। दी गवर्नमेंट डिसीजन, देखो ਇਹਦੇ ਵਿੱਚ ਕੀ ਹੁੰਦਾ, ਵੈਸੇ ਤੁਹਾਨੂੰ ਦੱਸ ਦਿੰਦਾ ਜਲਿਆਂਵਾਲਾ ਬਾਗ ਜਿਹੜਾ ਹੈ ਇਹ ਹੁੰਦਾ ਕੀ ਹੈ ਅੰਮ੍ਰਿਤਸਰ ਦੇ ਵਿੱਚ। ਜਿਹੜੀ ਪੰਜਾਬ ਗਵਰਨਮੈਂਟ ਹੈ ਨਾ, ਉਹ ਅੰਮ੍ਰਿਤਸਰ ਦੇ ਜਿਹੜੇ ਮੇਨ ਫਰੀडम फाइटर ਜਿਹੜੇ ਹੈਗੇ ਨੇ, डॉक्टर सतपाल है, ठीक है, एक सैफुद्दीन खिचलू है। ठीक, दो परसनैलिटीज है, डॉक्टर सत्यपाल ते सैफुद्दीन खिचलू। ये दो परसनैलिटीज ਨੂੰ पंजाब गवर्नमेंट की है जी कब्जे च लै लैंदी है, उन्होंने कैद कर दिंदी है। और तीजा की करती है, पंजाब गवर्नमेंट महात्मा गांधी की एंट्री पंजाब दे विच बैन कर दिंदी है। तो और इस करके की हो रहा जी, पंजाब दे विच स्ट्राइक होंदी है। स्ट्राइक होंदी है तो पंजाब गवर्नमेंट की है उसके उत्ते इंपोजिशन लगा लेंदी है, इंपोज कर देंदी है कि ज़्यादा असी कहने ना दफा 144 कि 5 तो वध बंदे जेडे है इकट्ठे एक जगह ते नहीं होणगे। पर हुंदा की है, विसाखी का दिन आंदा, विसाखी के दिन की करते हैं, जेड़ा जलियांवाला बाग है अमृतसर दे विच, उत्थे विसाखी वाले दिन लोग इकट्ठे होंदे हैं। ठीक, उत्थे एक मीटिंग रखी जाती है। ਹੁਣ ਲੋਕ ਇਕੱਠੇ ਹੋਏ ਆ ਤਾਂ ਜਲਿਆਂਵਾਲੇ ਬਾਗ ਉਦੋਂ ਕੀ ਸੀ, ਐਂਟਰੀ ਇੱਕੋ ਗੇਟ ਹੈ। ਅੱਜ ਵੀ ਜੇ ਦੇਖਿਆ ਜਾਵੇ ਤਾਂ ਉਹ ਐਂਟਰੀ ਦਾ ਇੱਕੋ ਹੀ ਗੇਟ ਹੈ, ਬਾਗ ਹੈ ਅੰਦਰ। ਤਾਂ ਲੋਕ ਉੱਥੇ ਬੈਠੇ ਸੀ, ਉੱਥੇ ਭਾਸ਼ਣਬਾਜ਼ੀ ਚੱਲ ਰਹੀ ਸੀ। ਤਾਂ ਕੀ ਹੁੰਦਾ ਹੈ, ਜਨਰਲ ਡਾਇਰ ਹੈ, ਕਿਉਂਕਿ ਪੰਜਾਬ ਦੇ ਵਿੱਚ ਰੂਲ ਹੈ ਕਿ ਤੁਸੀਂ 5 ਤੋਂ ਵੱਧ ਬੰਦਿਆਂ ਨੇ ਇਕੱਠੇ ਨਹੀਂ ਹੋਣਾ ਉਸ ਟਾਈਮ ਤੇ। ਤਾਂ ਜਨਰਲ ਡਾਇਰ ਜਾਨਸਾਰ ਬਿਨਾਂ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਦਿੱਤੇ ਉੱਥੇ ਗੋਲੀਬਾਰੀ ਸ਼ੁਰੂ ਕਰ ਦਿੰਦਾ। ਠੀਕ, ਜਿਹਦੇ ਵਿੱਚ ਬਹੁਤ ਸਾਰੇ ਬੱਚੇ, ਬੁੱਢੇ, ਔਰਤਾਂ, ਲੋਕ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਆ। ਠੀਕ ਹੈ, ਤਾਂ ਇਹਦਾ ਜਿਹੜਾ ਇੰਪੈਕਟ ਹੈ ਜਲਿਆਂਵਾਲਾ ਬਾਗ ਜਿਹੜਾ ਇਨਸੀਡੈਂਟ ਹੈ, ਇਹਦਾ ਇੰਪੈਕਟ ਜਿਹੜਾ ਹੈ ਉਹ ਅੱਗੇ ਪੰਜਾਬ ਦੇ ਵਿੱਚ ਉਹ ਸੁਸਾਇਟੀ ਦੇ ਉੱਤੇ ਪੈਂਦਾ ਹੈ। ਠੀਕ ਹੈ ਜੀ, ਹੁਣ ਸੁਸਾਇਟੀ ਦਾ ਸਭ ਤੋਂ ਵੱਡਾ ਜਿਹੜਾ ਇਸਦਾ ਇੰਪੈਕਟ ਅਗਰ ਅਸੀਂ ਦੇਖੀਏ ਤਾਂ ਉਸ ਟਾਈਮ ਦੇ ਉੱਤੇ ਨਾਈਟਹੁੱਡ ਖਿਤਾਬ ਹੈ ਰਵਿੰਦਰਨਾਥ ਟੈਗੋਰ ਕੋਲੇ। ਠੀਕ, ਤਾਂ ਉਹ ਨਾਈਟਹੁੱਡ ਜਿਹੜਾ ਖਿਤਾਬ ਹੈਗਾ ਰਵਿੰਦਰਨਾਥ ਟੈਗੋਰ ਕੋਲੇ, ਉਹ ਉਹਨੂੰ ਰਿਨੰਸੀਏਟ ਕਰ ਦਿੰਦੇ ਆ, ਛੱਡ ਦਿੰਦੇ ਆ। ਸਭ ਤੋਂ ਵੱਡਾ ਅਗਰ ਤੁਹਾਨੂੰ ਕੁਐਸਚਨ ਆ ਸਕਦਾ ਤਾਂ ਜਲਿਆਂਵਾਲੇ ਬਾਗ ਦੇ ਉੱਤੇ ਕੁਐਸਚਨ ਕੀ ਬਣਨਾ ਕਿ ਕਿਹੜੀਆਂ ਦੋ ਪਰਸਨੈਲਿਟੀ ਸੀ ਜਿਹਦੇ ਕਰਕੇ ਇਹ ਇਨਸੀਡੈਂਟ ਹੋਇਆ। ਉਹ ਹੈ ਡਾਕਟਰ ਸਤਿਆਪਾਲ ਤੇ ਡਾਕਟਰ ਸੈਫੁद्दीन ਖਿਚਲੂ। ਦੂਜਾ ਕੀ ਹੈ ਕਿ ਕਿਸ ਬੰਦੇ ਨੇ ਨਾਈਟਹੁੱਡ ਜਿਹੜਾ ਖਿਤਾਬ ਹੈ ਉਹ ਛੱਡਿਆ, ਉਹ ਕੌਣ ਹੈ, ਰਵਿੰਦਰਨਾਥ ਟੈਗੋਰ ਹੈ। ਠੀਕ, ਇਹਦੇ ਉੱਤੇ ਕੁਐਸਚਨ ਬਣ ਸਕਦਾ। और हुण इहनूं लिखो एक बार, the government decision of arresting Dr. Satyapal Dr. Satyapal and Dr. Saifuddin Khichlu
डॉक्टर सैफुद्दीन किचलू and banning Mahatma Gandhi's entry into Punjab and banning Mahatma Gandhi's entry into Punjab led to a general strike in Amritsar, led to a general strike in Amritsar on 10th of April, on 10th of April 1919, on 10th of April 1919, people of Punjab protested against these steps by the Punjab government. People of Punjab protested against these decision of government. On 12th April, the government issued an order. On 12th April, the government issued an order to prohibit all meetings and gatherings. The 12th of April, the government issued all orders to prohibit or to prevent all public meetings and gatherings. But on 13th of April, on 13th, 13 April, on 13th of April, on the day of Baisakhi festival, on 13th of April, on the day of Vaisakhi festival, a large number of people gathered at Jallianwala Bagh. A large number of people gathered at Jallianwala Bagh in Amritsar, gathered at Jallianwala Bagh in Amritsar in defiance of the official orders, in defiance of the official orders after receiving this information. After receiving this information, Brigadier General Reginald Dyer, Brigadier General Reginald Dyer, Brigadier General Reginald Dyer, along with his soldiers, went to the site. Along with his soldiers, went to the site. A underline कर लो, date underline कर लो, ठीक है? Went to the site and he opened fired on public, killing around 1,000 people, killing around 1,000 people in protest of this killing. In the protest of this killing, Rabindranath Tagore, underline कर लो जी, Rabindranath Tagore. In the protest of this killing,
Rabindranath Tagore renunciated the British knighthood title but in October 1919 under popular pressure the government formed Hunter Commission या Hunter Committee, ये भी अंडरलाइन कर लियो, पूछा जाता हंटर कमीशन कदों बनया सी, कादे लिए बनया सी। हंटर कमीशन या हंटर कमेटी to inquire into the events of Punjab, the final report of this committee was released on 8th of March 1920, which condemned General Dyer's action, but it did not impose any penalty on General Dyer. It did not impose any penalty on General Dyer. Now, ये हो गया साडा जलियांवाला बाग मासैकर। हुण की है जी, हुण असी देखना है जदों पंजाब बनता है, ठीक है, तो पंजाब जदों बनया सोनू पता है कि जदों पाकिस्तान बन रहा है तो मेन डिवीजन किस दी हुई है, एक तो बंगाल दी हो रही है, एक पंजाब के एरिया की हो रही है ना, पंजाब राजस्थान का एरिया ये डिवीजन है। हुण पंजाब बाउंड्री कमीशन एक बनता है जदों तुहाडी पंजाब स्टेट की फॉर्मेशन हो रही है, ठीक। हुण उहदे उत्ते क्वेश्चन बनता है कि पंजाब जिहड़ा बाउंड्री कमीशन है कदों बनया और ये मैंबर किहड़े किहड़े सी। बड़ा इंपॉर्टेंट है क्वेश्चन, बड़ा ईजीली पूछा जा सकता है, कदों बनया, मैंबर किहड़े किहड़े सी, ठीक है। उस तो बाद पंजाब स्टेट बनती है, तो पंजाब स्टेट जदों बनी तो की हुंदा है, इस दे विच ना हिंदी स्पीकिंग एरियाज भी सी और पंजाबी भी। और जदों ये पंजाब स्टेट बनी ओरिजिनली तो ये ना हिंदी स्पीकिंग जिहड़े लोग सी उन्हां दी मेजोरिटी सी और पंजाबी स्पीकिंग जिहड़े सी वो माइनॉरिटी च रह गए। क्यों? क्योंकि साडा पंजाब दा बहुत वड्डा एरिया, मेजर एरिया जिहड़ा है वो पाकिस्तान कोले चला गया, ठीक। तो उस दे नाल की हुंदा है, फिर स्टार्ट होंदी है जी पंजाबी सूबा मूवमेंट। हुण जिहड़ी पंजाबी सूबा मूवमेंट है मास्टर तारा सिंह जी होरे जिहड़े हैगे ने, फतेह सिंह ते तारा सिंह ये चलाउंदे ने। तो ये जिहड़ी पंजाबी सूबा मूवमेंट है इहदे विच की डिमांड हुंदी है मेनली, ये कहंदे ने कि पंजाब जिहड़ा है वो मेनली पंजाबी स्पीकिंग जिहड़ी मेजोरिटी है उन्हां नूं लग किया जाए हिंदी स्पीकिंग तो। बट हुण की है स्टार्टिंग च गवर्नमेंट इन्हां दी ये जिहड़ी प्रॉब्लम है या जिहड़ी ये मंग है इहनूं नहीं मानदी। क्यों? सरकार की कहती है कि असी धर्म के बेसिस के उत्ते स्टेट नूं डिवाइड नहीं कर सकते, ठीक है जी। असी धर्म या लैंग्वेज के बेसिस के उत्ते हले स्टेट नूं डिवाइड नहीं कर सकते। क्यों नहीं कर सकते?
क्योंकि हले हले पंजाब तो पाकिस्तान ਨੂੰ ਵੱਖਰਾ ਕੀਤਾ ਗਿਆ, ठीक है। ਤਾਂ ਸੈਂਟਰ ਜਿਹੜਾ ਹੈ ਉਹ ਨਹੀਂ ਚਾਹੁੰਦਾ ਕਿ ਦੁਬਾਰਾ ਉਹੀ ਮਾਰ ਕਾਟ ਹੋਵੇ ਜਾਂ ਕੁਝ ਵੀ ਹੋਵੇ, ਤਾਂ ਉਹਨਾਂ ਦੀ ਉਹ ਜਿਹੜੀ ਹੈ ਡਿਮਾਂਡ ਜਿਹੜੀ ਹੈ ਉਹਨੂੰ ਨਹੀਂ ਮੰਨਿਆ ਜਾਂਦਾ। ਬਟ ਹੌਲੀ 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 ਕੀ ਹੈ, ਦੂਜੀਆਂ ਸਟੇਟਸ ਦੇ ਵਿੱਚ ਵੀ, ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਡਿਮਾਂਡ ਉੱਠਦੀ ਹੈ, ਠੀਕ ਹੈ, ਨੀਚੇ ਸਾਊਥ ਦੇ ਵਿੱਚ। ਤਾਂ ਕੀ ਹੁੰਦਾ, ਸਟੇਟ ਰੀਆਰਗੇਨਾਈਜੇਸ਼ਨ ਜਿਹੜਾ ਕਮਿਸ਼ਨ ਹੈ ਉਹ ਬਣਾਇਆ ਜਾਂਦਾ ਹੈ, ਠੀਕ। ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ ਜਾਂਦਾ ਹੈ, ਤਾਂ ਅਗੇਨ ਉਹਦੇ ਵਿੱਚ ਵੀ ਪੰਜਾਬ ਨੂੰ ਕੁਝ ਨਹੀਂ ਹਾਸਿਲ ਹੁੰਦਾ ਜ਼ਿਆਦਾ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਮੂਵਮੈਂਟ ਚੱਲਦੀਆਂ ਨੇ, ਪਲਾਨਸ ਆਉਂਦੇ ਆ, ਆਨੰਦਪੁਰ ਜਿਹੜਾ ਪਲਾਨ ਹੈ ਉੱਥੇ ਅਕਾਲੀ ਦਲ ਹੈ ਉਹ ਮੀਟਿੰਗ ਕਰਦਾ ਹੈ, ਠੀਕ। ਤਾਂ ਕੀ ਹੁੰਦਾ, ਨਹੀਂ ਇਹ ਉਸ ਤੋਂ ਬਾਅਦ ਦੀ ਗੱਲ ਹੈ ਸੱਚ, ਠੀਕ ਹੈ, ਸੌਰੀ, ਉਹ ਕੋਈ ਹੋਰ ਇਨਸੀਡੈਂਟ ਹੈ। ਚਲੋ, ਤਾਂ ਕੀ ਹੋ ਰਿਹਾ, ਹੌਲੀ 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 ਪ੍ਰੈਸ਼ਰ ਵੱਧਦਾ ਜਾ ਰਿਹਾ, ਤੇ 1966 ਦਾ ਉਹ ਸਮਾਂ ਆ ਜਾਂਦਾ ਹੈ 1 ਨਵੰਬਰ 1966, ਜਦੋਂ ਪੰਜਾਬ ਜਿਹੜੀ ਸਟੇਟ ਹੈ ਉਹਨੂੰ ਟ੍ਰਾਈਫਿਕੇਟ ਕੀਤਾ ਜਾਂਦਾ, ਮਤਲਬ 3 ਹਿੱਸਿਆਂ 'ਚ ਵੰਡ ਦਿੱਤਾ ਜਾਂਦਾ, ਪੰਜਾਬ, ਹਰਿਆਣਾ ਤੇ ਹਿਮਾਚਲ ਦਾ ਏਰੀਆ ਦੇ ਵਿੱਚ, ਕਿ ਜਿਹੜੇ ਹਿੰਦੀ ਮੈਜੋਰਿਟੀ ਏਰੀਆਜ਼ ਨੇ ਉਹਨਾਂ ਨੂੰ ਕੱਢ ਕੇ ਹਰਿਆਣਾ ਬਣਾ ਦਿੱਤਾ ਜਾਂਦਾ, ਜਿਹੜੇ ਪੰਜਾਬੀ ਮੈਜੋਰਿਟੀ ਏਰੀਆਜ਼ ਨੇ ਉਹਦੇ ਵਿੱਚ ਕੀ ਰਹਿ ਜਾਂਦਾ ਜੀ, ਉਹਨੂੰ ਪੰਜਾਬ ਬਣਾ ਦਿੱਤਾ ਜਾਂਦਾ, ਠੀਕ ਹੈ। ਲੈਂਗੁਏਜ ਦੇ ਬੇਸਿਸ ਦੇ ਉੱਤੇ ਇਸ ਨੂੰ ਡਿਵਾਈਡ ਕਰ ਦਿੱਤਾ ਜਾਂਦਾ, ਠੀਕ। ਤਾਂ ਪੰਜਾਬੀ ਸੂਬਾ ਮੂਵਮੈਂਟ ਜਿਹੜੀ ਕਿ ਸਟਾਰਟ ਹੁੰਦੀ ਹੈ ਪੰਜਾਬ ਦੀ ਡਿਵੀਜ਼ਨ ਦੇ ਨਾਲ, ਪਾਕਿਸਤਾਨ ਬਣਨ ਦੇ ਨਾਲ, ਉਹ ਜਾ ਕੇ 1966 ਦੇ ਵਿੱਚ ਉਹ ਜਾ ਕੇ ਕੰਪਲੀਟ ਹੋ ਜਾਂਦੀ ਹੈ, ਔਰ 1966 ਦੇ ਵਿੱਚ ਸਾਡੇ ਸਾਹਮਣੇ ਪੂਰਾ ਦਾ ਪੂਰਾ ਪੰਜਾਬ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਜਾਂਦਾ, ਠੀਕ ਹੈ, ਜਿਹਦੇ ਵਿੱਚ ਮੈਜੋਰਿਟੀ ਸਪੀਕਿੰਗ ਕੀ ਹੈ ਜੀ, ਪੰਜਾਬੀ ਹੈ। ਹਿੰਦੀ ਸਪੀਕਿੰਗ, ਹਿੰਦੀ ਮੈਜੋਰਿਟੀ ਵਾਲੇ ਜਿਹੜੇ ਏਰੀਆਜ਼ ਹੈ ਉਹਨਾਂ ਨੂੰ ਵੱਖ ਕਰ ਦਿੱਤਾ ਗਿਆ, ਕਲੀਅਰ ਹੈ ਜੀ, ਠੀਕ। ਹੁਣ ਅਸੀਂ ਇਸ ਦੇ ਬਾਰੇ ਲਿਖਾਂਗੇ। ਸਭ ਤੋਂ ਪਹਿਲਾਂ ਤਾਂ ਲਿਖੋ ਜੀ ਪੰਜਾਬ ਬਾਉਂਡਰੀ ਕਮਿਸ਼ਨ, ਪੰਜਾਬ ਬਾਉਂਡਰੀ ਕਮਿਸ਼ਨ। This commission was constituted, this commission was constituted by Indian government, this commission was constituted by Indian government on 20th of June 1947, on 20th of June 1947, 20th of June 1947, and Sir Radcliffe, Sir Radcliffe Sir Radcliffe was appointed as its chairman। याद रखियो यह जे क्वेश्चन बनने हैं। Sir Radcliffe was appointed as its chairman along with 4 members। मतलब टोटल कमीशन के मैंबर किन्ने जी, 5 मैंबर है, और जेड़ा ਇਹਦਾ चेयरमैन है वो की है जी, Radcliffe है, ठीक है। along with 4 members named as 4 members named as Justice Deen Mohammed, Justice Deen Mohammed, DIN, Justice Deen Mohammed, Justice Mohammed Munir, Justice Mohammed Munir, Deen Mohammed Munir, Justice Meher Chand Mahajan, Justice Meher Chand Mahajan, Justice Meher Chand Mahajan, and Justice Teja Singh, and Justice Teja Singh।
the Punjab Boundary Award, the Punjab Boundary Award, brackets पा लो Redcliffe Award, Punjab Boundary Award, brackets Redcliffe Award, was announced on 16th of August 1947। 15 अगस्त की जगह 15 अगस्त ਨੂੰ ਕੀ ਹੋਇਆ ਜੀ आज़ादी मिलती है और 16 अगस्त ਨੂੰ ਜਿਹੜਾ ਇਹ है बाउंड्री कमीशन अवार्ड है वो डिक्लेयर किया जाता है। This award was declared announced on 16th of August 1947। हुन ये बन गया जी पंजाब बन गया। हुन पंजाब दे विच की सी सब तो पहला तो बनाता पंजाब तो बनाता बट सारा का सारा पंजाब हुन अंग्रेज़ों के अंडर भी नहीं सी है ना। जिहड़ा बाउंड्री कमीशन है उहदे विच तां इह सीगा ना कि जिहड़े अंग्रेज़ों के अंडर जिहड़ियां भी हैगे जिहड़ी ब्रिटिशर्स दे विच अंडर सी उहनूं असीं पार्टीशन करती है बट बहुत सारिया जिहड़ियां जगह सी वो किसी प्रिंसली स्टेट सीगियां। ਤਾਂ ਇਸ ਤੋਂ ਬਾਅਦ ਕੀ ਸਿਸਟਮ ਚਲਾਇਆ ਗਿਆ ਪ੍ਰਿੰਸਲੀ ਸਟੇਟਸ ਨੂੰ ਇਕੱਠੇ ਕਰਨ ਦਾ ਐਕਵਾਇਰ ਕਰਨ ਦਾ। ਠੀਕ ਤਾਂ ਹੁਣ ਇਹੀ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ ਇਹਨਾਂ ਦੇ ਵਿੱਚੋਂ ਇੱਕ ਪਟਿਆਲਾ ਦੀ ਸਟੇਟ ਜਿਹੜੀ ਹੈਗੀ ਹੈ ਆਪਾਂ ਨੂੰ ਪਤਾ ਉਹ ਬਹੁਤ ਵੱਡੀ ਸਟੇਟ ਹੈ। ਠੀਕ ਤਾਂ ਪ੍ਰਿੰਸਲੀ ਸਟੇਟਸ ਦੇ ਵਿੱਚ ਅਗਰ ਹੁਣ ਮੁੱਦਾ ਕੀ ਸੀ ਕਿ ਜਿਹੜੀ ਇਹ ਸਟੇਟਸ ਹੈਗੀਆਂ ਨੇ ਇਹਨਾਂ ਦਾ ਕੀ ਕੀਤਾ ਜਾਵੇ। ਠੀਕ ਤਾਂ एक पेप्सू बनाया गया। उन्हें पेप्सू है कि है पेप्सू है पटियाला एंड ईस्ट पंजाब स्टेट्स यूनियन। लिखो पेप्सू फॉर्मेशन ऑफ पेप्सू ये अगला हेडिंग बनाओ फॉर्मेशन ऑफ पेप्सू। पेप्सू ਨੂੰ ब्रैकेट च पा लो पटियाला एंड ईस्ट पंजाब स्टेट्स यूनियन। पटियाला एंड ईस्ट पंजाब स्टेट्स यूनियन it was formally inaugurated by inauguration कदों हुई सी यदि it was formally inaugurated by सरदार वल्लभ भाई पटेल on 15th of July 1948। 15th of July 1948 it was formed by merging together the 8 princely states of फरीदकोट पटियाला नाभा जींद कपूरथला कलसिया मलेरकोटला एंड नालागढ़। कपूरथला एंड नालागढ़
The Maharaja Yadvinder Singh of Patiala. Maharaja Yadvinder Singh of Patiala was appointed as Maharaja Yadvinder Singh of Patiala was appointed as Raj Pramukh. He was appointed as Raj Pramukh and Sardar Gyan Singh Rarewala Sardar Gyan Singh Rarewala as Chief Minister. Sardar Gyan Singh Rarewala as Chief Minister. And Patiala was chosen as the capital of Pepsu. Patiala was chosen as the capital of Pepsu. The government of Pepsu started functioning from 20th August 1948. 20th August 1948. The State Reorganization Commission, the State Reorganization Commission, which was appointed by the Government of India, recommended the merger of Pepsu with Punjab, and this recommendation was finally implemented. On 1st of November 1956. On 1st of November 1956. ठीक है जी। अच्छा चलो देखो यार की हुंदा लिसन पैप्सू हो गया ठीक है। एक बच्चे का इत्थे मैसेज आया हुआ है उपल ठीक इट्स करुण उपल। देखो यार करुण मैसेज की है कि सर पुराने वाला मैथड वधिया सी और ये जिहड़ा है रेपुटेशन ऑफ बुक है। द थिंग इज कुछ एक चीज़ां हुंदियां ने कि टीचर नूं किसी एंगल तो देखना पैंदा चलना पैंदा ठीक। पहला वाली जिहड़ी चीज़ सीगी
ਉਹ ਮੈਂ ਕਿਸ ਹਿਸਾਬ ਨਾਲ ਚਲਾ ਰਿਹਾ ਸੀ, ਫਲੋ ਚਾਰਟ ਦੇ ਹਿਸਾਬ ਨਾਲ, ਤਾਂ ਕਿ ਤੁਹਾਡੇ ਦਿਮਾਗ 'ਚ ਇੱਕ ਪਿਕਚਰ ਕਲੀਅਰ ਹੁੰਦੀ ਜਾਵੇ। ਠੀਕ, ਪਿਕਚਰ ਕਲੀਅਰ ਹੋ ਰਹੀ ਹੈ ਤਾਂ ਹੁਣ ਇੱਥੇ ਵੀ ਜਿਹੜਾ ਹੈਗਾ ਉਹੀ ਚੀਜ਼ ਹੈ, ਇਹਨੂੰ ਮੈਂ ਫਲੋ ਚਾਰਟ ਦੀ ਫਾਰਮ ਦੇ ਵਿੱਚ ਵੀ ਕਨਵਰਟ ਕਰਕੇ ਤੁਹਾਨੂੰ ਮੇਨ ਪੁਆਇੰਟਸ ਲਿਖਾ ਸਕਦਾ। ਬਟ ਕੁਛ ਇੱਕ ਸਟੂਡੈਂਟਸ ਨੂੰ ਪ੍ਰੋਬਲਮ ਸੀ ਹੈ, ਠੀਕ ਹੈ, ਔਰ ਜਦੋਂ ਸਟੂਡੈਂਟ ਜਿਵੇਂ ਚਾਹੁੰਦੇ ਆ, ਮੈਜੋਰਿਟੀ ਆਫ ਸਟੂਡੈਂਟ ਜਿਵੇਂ ਚਾਹੁੰਦੇ ਆ, ਸਾਨੂੰ ਉਵੇਂ ਹੀ ਕਰਨਾ ਪੈਂਦਾ। ਮੈਜੋਰਿਟੀ ਹੋ ਸਕਦਾ ਹੈ ਤੁਹਾਨੂੰ ਇਹ ਪਸੰਦ ਹੋਵੇ, ਤਾਂ ਮੈਜੋਰਿਟੀ ਇਹਨਾਂ ਨੇ ਫਲੋ ਚਾਰਟ ਦੀ ਡਿਮਾਂਡ ਨਹੀਂ ਕੀਤੀ, ਕੁਛ ਇੱਕ ਸਟੂਡੈਂਟਸ ਨੇ ਡਿਮਾਂਡ ਕੀਤੀ ਕਿ ਸਰ ਉਹ ਤਰੀਕਾ ਜਿਹੜਾ ਹੈ ਉਹ ਸਮਝ ਨਹੀਂ ਆ ਰਿਹਾ, ਉਹ 'ਚ ਮਜ਼ਾ ਨਹੀਂ ਆ ਰਿਹਾ, ਉਹ ਬੋਰ ਲੱਗ ਰਿਹਾ ਕਲਾਸ, ਠੀਕ ਹੈ, ਫਲੋ ਚਾਰਟ ਵਾਲੀ। ਇਸੇ ਲਈ ਫਿਰ ਸਾਨੂੰ ਉਹ ਕਲਾਸ ਦਾ ਜਿਹੜਾ ਸਿਸਟਮ ਹੈ ਨਾ ਉਹ ਚੇਂਜ ਕਰਨਾ ਪਿਆ। ਮੈਨੂੰ ਲੱਗਿਆ ਕਿ ਯਾਰ ਸ਼ਾਇਦ ਕਿ ਮੈਨੂੰ ਆਪਣੇ ਵੱਲੋਂ ਤਾਂ ਮੈਂ ਲੱਗ ਰਿਹਾ ਸੀ ਕਿ ਵਧੀਆ ਪੜ੍ਹਾ ਰਿਹਾ, ਬਟ ਹੋ ਸਕਦਾ ਕਿ ਬੱਚਿਆਂ ਨੂੰ ਨਹੀਂ ਸਮਝ ਆ ਰਿਹਾ, ਤਾਂ ਚਲੋ ਕੋਈ ਗੱਲ ਨਹੀਂ, ਜੋ ਟ੍ਰੈਡੀਸ਼ਨਲ ਵੇ ਹੈ ਉਹਦੇ ਅਕੋਰਡਿੰਗ ਚੱਲਦੇ ਆ, ਠੀਕ ਹੈ। ਤਾਂ ਕੋਈ ਗੱਲ ਨਹੀਂ, ਇਸ ਦੇ ਅਕੋਰਡਿੰਗ ਵੀ ਮੈਂ ਕੋਈ ਚੀਜ਼ ਮਿਸ ਨਹੀਂ ਕਰੂੰਗਾ। ਇਸ ਦੇ ਨਾਲ ਕੀ ਹੋਊਗਾ, ਜਿਹੜੇ ਉਹ ਥੋੜੇ ਜਿਹੇ ਸਟੂਡੈਂਟ ਜਿਨ੍ਹਾਂ ਨੂੰ ਪ੍ਰੋਬਲਮ ਸੀ ਉਹ ਵੀ ਸੈਟੀਸਫਾਈ ਹੋ ਜਾਣੇ ਆ, ਔਰ ਸਾਰਿਆਂ ਦਾ ਇਸ ਦੇ ਵਿੱਚ ਫਾਇਦਾ ਹੋ ਜਾਣਾ, ਕਿਸੇ ਦਾ ਨੁਕਸਾਨ ਨਹੀਂ ਹੋਣਾ, ਠੀਕ ਹੈ। ਆਪਾਂ ਨਹੀਂ ਚਾਹੁੰਦੇ ਕਿ ਕੋਈ ਵੀ ਸਟੂਡੈਂਟ ਛੁੱਟ ਜਾਵੇ ਵਿੱਚੋਂ, ਠੀਕ ਹੈ ਨਾ, ਹਰ ਇੱਕ ਦਾ ਫਾਇਦਾ ਹੋਣਾ ਚਾਹੀਦਾ ਹੈ। ਇਸ ਲਈ ਸਭ ਨੂੰ ਸਮਝ ਆਉਣਾ ਚਾਹੀਦਾ ਹੈ। ਮੈਂ ਸਟੋਰੀ ਵੀ ਪਹਿਲਾਂ ਹੀ ਦੱਸ ਰਿਹਾ ਔਰ ਜਿਹੜਾ ਲਿਖਵਾਉਣਾ ਉਹ ਵੀ ਨਾਲ ਨਾਲ ਲਿਖਵਾ ਰਿਹਾ, ਠੀਕ ਹੈ। ਚਲੋ ਕੋਈ ਇਸ਼ੂ ਨਹੀਂ ਹੈ, ਇਹਦੇ ਉੱਤੇ ਬਾਅਦ ਵਿੱਚ ਵੋਟਿੰਗ ਕਰਵਾਵਾਂਗੇ, ਕੋਈ ਇਸ਼ੂ ਨਹੀਂ, ਠੀਕ ਹੈ ਨਾ। ਤੁਸੀਂ ਇੱਕ ਵਾਰ ਫੋਕਸ ਕਰੋ, ਕਿਉਂਕਿ ਆਪਣਾ ਨਾ ਸਿਲੇਬਸ ਥੋੜਾ ਜਿਹਾ ਪਿੱਛੇ ਚਲਾ ਗਿਆ। ਚਲੋ ਕੋਈ ਗੱਲ ਨਹੀਂ। ਨਾਓ ਹੁਣ ਹੋ ਗਿਆ ਜੀ, ਪੈਪਸੂ ਬਣ ਗਿਆ। ਇਸ ਤੋਂ ਬਾਅਦ ਲਿਖੋ the first general election in 1952. The first general election in 1952 gave majority to the Congress government in Punjab, gave majority to Congress government in Punjab, and Bhim Sachar was appointed as Chief Minister. Bhim Sachar was appointed as Chief Minister, and Chandigarh was declared as its capital. Punjab was declared as a bilingual state. Punjab was declared as bilingual state in the year 1957. In the year 1957, ठीक है जी। हुण जिहड़ी ये है पंजाब जिहड़ा है यह बाइलिंगुअल स्टेट बनाता, सारा कुछ है। हुण की है जी, पैरेलली की है, पंजाबी सूबा मूवमेंट जिहड़ी है वो चल रही है, ठीक है। कि पंजाबियों की डिमांड है कि साडी जिहड़ी पंजाबी भाषा है, ठीक है, सानू एक अलग तो स्टेट बना के दिओ जिहदी मां बोली भी पंजाबी होवे, जिहदी मेजोरिटी भी पंजाबी होवे, ठीक। तां हुण इहदे वास्ते एक फॉर्मूला तैयार किया जाता है ताकि सारे लोग जिन्ने भी है वो की है जी सैटिस्फाई हो सकन। हुण सचार फॉर्मूला है, सचार फॉर्मूला, ठीक है। ये फॉर्मूला की है, ये लिखो। ये फॉर्मूले के अकॉर्डिंग ना इन्हें की क्या सी
कि ਜਿਹੜੀ ਲੋਕਾਂ ਦੀ ਸੈਟੀਸਫੈਕਸ਼ਨ ਜਿਹੜਾ ਹੈ ਉਹ ਲਿਆਤੀ ਜਾ ਸਕੇ ਤਾਂ ਕਿ ਜਿਹੜੀ ਪੰਜਾਬ ਦੀ ਸਟੇਟ ਹੈ, ਠੀਕ ਹੈ, ਪੰਜਾਬੀ ਸੂਬਾ ਮੂਵਮੈਂਟ ਹੈ, ਉਹਨੂੰ ਕਿਤੇ ਨਾ ਕਿਤੇ ਡਿਫਿਊਜ਼ ਕੀਤਾ ਜਾ ਸਕੇ। It demarcated Punjab into 3 zones. It demarcated Punjab into 3 zones, which included Punjabi speaking areas, brackets पा लो 6 districts, 6 districts सिगियां, which included Punjabi speaking areas 6 districts, comma Hindi speaking 5 districts, and bilingual areas, bilingual ਦੇ ਵਿੱਚ ब्रैकेट्स पा लो अंबाला, सिरसा, शिमला ते चंडीगढ़, अंबाला, सिरसा, शिमला, चंडीगढ़, bilingual areas. But this formula was rejected by the central government. This formula was rejected by the central government in the year 1953. In the year 1953, the government of India appointed a commission. The government of India appointed a commission to redrawing the boundaries of Punjab, to redrawing the boundaries of Punjab The members of the commission were Fazal Ali, comma H.N. Kunzru, Fazal Ali, comma H.N. Kunzru, and K.M. Panikkar. Fazal Ali, H.N. Kunzru, and K.M. Panikkar. But this commission rejected the case of Punjabi speaking state. But this commission rejected the case of Punjabi speaking state due to the lack of consensus due to the lack of consensus due to this the Punjabi state and due to this the Punjabi state underline kar liyo and save Hindi पंजाबी वाले ने पंजाबी वास्ते बोलन लग गए हिंदी वाले ने आ कैंपिंग शुरू करती ड्यू टू दिस द पंजाबी स्टेट एंड सेव हिंदी कैंपिंग्स वर स्टार्टेड
after merging Tara Singh, Master Tara Singh started now and never resolution. Tara Singh started now and never resolution in 1960. Now and never resolution. He started now and never resolution in 1960. Due to which he was arrested by the government. Due to which he was arrested by the government. But in his absence, Sant Fateh Singh, organized passive resistance. Sant Fateh Singh organized passive resistance on massive scale Fateh Singh started organizing passive resistance on massive scale under pressure. Under this pressure, in April 1966, April 1966, Indira Gandhi led Union government accepted the demand and a 3-member Punjab Boundary Commission and a 3-member Punjab Boundary Commission with chairman Justice J.C. Shah. Justice J.C. Shah and members S. Dutt. शाह कमीशन के नाम से जाना जाता है क्योंकि ਇਹਦਾ चेयरमैन कौन सी शाह JC Shah with chairman JC Shah and members S. Dutt and MM Phillips. MM Phillips was appointed and on the recommendation of this Shah Commission the Punjab Reorganization State was enacted. Punjab Reorganization Act was enacted and
थोड़ी लाइट चली गई है इस करके बोर्ड के उत्ते सानू दिख नहीं रहा, डोंट वरी मैं लिख नहीं रहा कुछ भी, ठीक है, मैं बोल के दस दूंगा। JC शाह, S दत्त, MM फिलिप। On the recommendation of above Shah Commission, the Punjab Reorganization Act was enacted and Punjab was trifurcated, bifurcated नहीं trifurcated, Punjab was trifurcated on 1st of November, on 1st of November 1966, 1st of November 1966, leading to the formation of Haryana and Himachal Pradesh, leading to the formation of Haryana and Himachal Pradesh. चलो हुण की है जी, पंजाब बन गया, पंजाब मतलब पंजाबी सूबा बन गया, पंजाबी सूबा मतलब पंजाबी स्पीकिंग एरिया जिहड़ा मेजोरिटी ओहदी जिहड़ी लैंग्वेज आ वो पंजाबी है, वो बन चुकिया है। हुण पंजाबी सूबा तो बन गया, बट अकालियां दी जिहड़ियां मेन कुछ डिमांडां सी ना, हुण जिहड़ा पंजाब बनाया गया, एक तो चंडीगढ़ कॉमन रखता, ठीक है, चंडीगढ़ कॉमन रखता, कुछ एक एरिया सी जिहड़े पंजाबी स्पीकिंग सी या मेजोरिटी सी वो हरियाणे च ही रह गए, कुछ एक हिंदी वाले एरिया सी जिहड़े वो की है जी वो पंजाब दा पार्ट बन गए। तो की होया, अकालियां दी ना सारी डिमांड जिहड़ी है वो फुलफिल नहीं हुई, ठीक, वो फुलफिल नहीं हुंदी। तो इत्थे फिर मुद्दा है, क्यों असी तो चाहते हैं कि साडियां सारियां डिमांडां फुलफिल होण, ठीक है ना। तो इत्थे एक आनंदपुर साहिब रेजोल्यूशन जिहड़ी है अकाली दल है वो अपनी कमेटी बनाता है, और वो कमेटी जिहड़ी है वो एक ड्राफ्ट बनाती है कि साडियां आ मंगां ने, ठीक, ये मंगां नूं पूरा किया जाए, ठीक। ये है जी आनंदपुर साहिब रेजोल्यूशन, ये बनाई जाती है, अपनी मंगां दसिया जांदियां ने। उस तो बाद पंजाब दे विच बहुत ज़्यादा जिहड़ा है चीज़ां हो रही ने, ठीक। और उस तो बाद अगर देखा जाता है फिर अगे जाके एक किते ना किते संत जिहड़ा लौंगोवाल है, हरचंद सिंह लौंगोवाल ते राजीव गांधी है, उन्हां दे विच एक पैक्ट साइन हुंदा है जिन्हों राजीव लौंगोवाल पैक्ट के नाम से जाना जाता है। पहला की होगा आनंदपुर साहिब रेजोल्यूशन आती है, उस तो बाद पैक्ट साइन होंदा, फिर जाके किते नॉर्मलसी जिहड़ी है पंजाब दे विच आंदी है, ठीक है। हुण इसलिए और यार गल सुनो, मैं कुछ देख रहा है कि इतने ना बच्चे चैट जी है वो पूरा का पूरा लिख के इतने कर रहे हैं। तुसी अपने पढ़ाई ते फोकस करो सब तो पहली चीज़। अगर किसी को नहीं समझ आया तो तुहाडे कोल वीडियो है, दोबारा वीडियो सुनो और वो पोर्शन उत्थे ही नोट डाउन कर लियो, ठीक है ना। एवें आप दूजे का भी टाइम खराब होंदा तो तुहाडा अपना भी, समझ गए। इत्थे फोकस करो, जिहदा मिस हुंदा वो दोबारा अपना सुन सकता है, ठीक। चलो हुण लिखो, आनंदपुर साहिब रेजोल्यूशन, आनंदपुर साहिब रेजोल्यूशन। हुण इहदे बारे लिखते हैं जी, आफ्टर द फॉर्मेशन ऑफ पंजाबी सूबा, आफ्टर द फॉर्मेशन ऑफ पंजाबी सूबा, there were some issues, there were some issues which remained unsolved, there were some issues which remained unsolved,
to solve these issues, Shromani Akali Dal appointed a 12-member committee to solve these issues. Shromani Akali Dal appointed a 12-member committee to frame its demands This committee adopted a comprehensive document of demands. This committee adopted a comprehensive document of demands at Anandpur Sahib on 16th of October 1973 at Anandpur Sahib on 16th on 16th of October 1973, which came to be known as Anandpur Sahib Resolution. Anandpur Sahib Resolution. The main demands were first, the transfer of Punjabi speaking areas and areas contiguous with Punjab या areas having boundaries with Punjab. Second, decentralization of states. And restricting the central government's power to defense, foreign affairs, railways, post and telegraph, defense, foreign affairs, currency, railways, post and telegraph. Next, second language status for Punjabi. One second, please. अच्छा चलो यार, अच्छा गल सुनो, असी ना अज आनंदपुर साहिब रेजोल्यूशन ही करना पैना है। रीजन बीइंग लाइट का इशू हो रहा है, ठीक है। जे तो आनंदपुर साहिब रेजोल्यूशन लिखते लाइट आ जाती है तो कोई इशू नहीं, कंटिन्यू करांगे। अदरवाइज अगर नहीं लाइट आती सानू इत्थे ही स्टॉप करना पैना है, ठीक है। सिस्टम भी बंद हो जाना है, अदरवाइज फिर वो वे ऑफ कम्युनिकेशन जिहड़ा है वो लैप्स हो जाना है, ठीक। चलो जल्दी जल्दी लिख लो एक बार।
अच्छा ਇਹਦਾ ਵੀ ਕੁਝ ਹੁੰਦਾ, ਰਿਕਾਰਡਿੰਗ ਉੱਡ ਜੂਗੀ। चलो, सेकंड लैंग्वेज स्टेटस फॉर पंजाबी इन नेबरिंग स्टेट्स, सेकंड लैंग्वेज स्टेटस फॉर पंजाबी इन नेबरिंग स्टेट्स ऑफ हिमाचल प्रदेश, राजस्थान। सेकंड लैंग्वेज स्टेटस फॉर पंजाबी इन नेबरिंग स्टेट्स ऑफ HP, राजस्थान, हरियाणा एंड दिल्ली। नेक्स्ट, all basic industries should be brought under public sector. All basic industries should be brought under public sector. Next, fix the prices for agriculture produce. Fix the prices for agriculture produce on the basis of cost of production, on the basis of cost of production, and such prices should be fixed by the state government, and it should be fixed by the state government. Next, free access to the birthplace of Guru Nanak Dev Ji. Free access to the birthplace of Guru Nanak Dev Ji and other Gurudwaras in Pakistan. Free access to the birthplace of Guru Nanak Dev Ji and other Gurudwaras in Pakistan. Reservation for Sikhs in defense services. Reservation for Sikhs in defense services. Next, abolition of intermediaries. Abolition of intermediaries. Raise the ceiling on land holdings. Raise the ceiling on land holdings from 17 to 30 acres per family. 17 to 30 एकड़ कर दो per family. Next, all consumer industries dealing with essential commodities should be nationalized. All consumer industries dealing with essential commodities should be nationalized. Next, minimum wages for the industrial labor. Minimum wages for industrial labor as well as agricultural labor. Minimum wages for industrial labor as well as agricultural labor. Setting up of more power plants. Setting up of more power plants in Punjab. Next, transfer of Chandigarh to Punjab. Transfer of Chandigarh to Punjab. Next, enactment of All India Gurudwara Act. Enactment of All India Gurudwara Act to bring all historical Sikh Gurudwaras all historical Sikh Gurudwaras in India under the control of SGPC. Under the control of SGPC. ठीक है, that's it. चलो यार, मैं ना आज थोड़े क्वेश्चन भी नहीं लूंगा, परसों लवांगे। रीजन बीइंग किते बंद ना हो जाए, सारा सिस्टम हिल जाना। ठीक है, असी आनंदपुर साहिब रेजोल्यूशन जी है ये कर ली है। इस तो बाद
ਅਸੀਂ ਰਾਜੀਵ ਗਾਂਧੀ ਤੇ ਲੌਂਗੋਵਾਲ ਅਕੋਰਡ ਜਿਹੜੀ ਹੈ ਉਹਦੇ ਬਾਰੇ ਗੱਲ ਕਰਕੇ ਆਪਣਾ ਆਲਮੋਸਟ ਜਿਹੜਾ ਹੈ ਪੰਜਾਬ ਦਾ ਜਿਹੜਾ ਹਿਸਟੋਰੀਕਲ ਪੋਰਸ਼ਨ ਹੈ ਖਤਮ। ਠੀਕ ਹੈ, ਬੰਦ ਹੋ ਰਿਹਾ। ਬਾਏ, ਕੱਲ ਨੂੰ ਮਿਲਦਾ।